guys, welcome back to my channel. My name is Deepika Man and I'm back with another video. I hope ਤੁਸੀਂ ਸਾਰੇ ਜਣੇ ਠੀਕ ਹੋਣਗੇ. So for today's video, I am sharing 5 mistakes which I did when I was international student in Canada, and I just wanted to share them with you all so that you can learn from my mistakes and you can just follow the path ਕਿ ਜੇ ਤੁਸੀਂ ਕੱਲ ਨੂੰ ਕੁਝ ਗਲਤ ਕਰਦੇ ਆ ਤੁਹਾਡੇ ਨਾਲ ਇਦਾਂ ਸੇਮ ਹੁੰਦਾ ਆ then ਤੁਸੀਂ ਕੀ ਕਰਨਾ ਆ. So let's just start the video. Hello champs, this video is sponsored by Sensations English. Enjoy learning and change your world. Sensation English is a fun and exciting way to learn English. Real news videos and articles at 5 level of English. Use the test to check your level and then click on the level you want to watch and away you go. Play the interactive games as well to improve your skills in listening, reading, writing, and speaking. If you're studying for an exam, as I'm studying for IELTS these days, so I'm also using this app to improve my English. And you can also switch levels easily and see how you can improve your English even more. With 15 new lessons every week, Sensation English will keep you up to date and always keep you learning. The link is in the description box below. Have a look on their YouTube channel and download their app now. So first point that I wanted to share is about ਕਿ do not settle for less. So ਜਦੋਂ ਮੈਂ ਇੱਥੇ ਨਵੀਂ ਆਈ ਸੀ ਤਾਂ ਮੈਨੂੰ ਜਿੱਦਾਂ ਹੀ ਮੈਂ ਜੌਬ ਸਰਚ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਆਲਮੋਸਟ ਲਾਈਕ ਇਨ 1 or 2 weeks I got the job, but the thing was that ਕਿ ਜਦੋਂ ਮੈਂ ਜੌਬ ਸਟਾਰਟ ਕੀਤੀ ਮੈਂ ਉੱਥੇ ਵਰਕ ਇਨਵਾਇਰਨਮੈਂਟ ਦੇਖਿਆ, ਮੈਂ ਸਟਾਫ ਮੈਂਬਰਸ ਨੂੰ ਮਿਲੀ, ਸੋ ਦੇ ਟੋਲਡ ਮੀ ਦੈਟ ਕਿ ਇੱਥੇ ਗਰੋਥ ਨਹੀਂ ਹੈ ਇੰਨੀ, ਮਤਲਬ ਉਸ ਆਰਗੇਨਾਈਜੇਸ਼ਨ ਵਿੱਚ ਗਰੋਥ ਨਹੀਂ ਹੈ. I was working in a restaurant that was an Indian restaurant, so they told me that there is no growth at all, so you will be like having one position only until the entire time of like 1 year, even after 2 years. so ਉੱਥੇ ਜਿਹੜੇ ਕੁੜੀਆਂ ਪਹਿਲਾਂ ਕੰਮ ਕਰਦੀਆਂ ਸੀ ਉਹ 2 ਸਾਲ ਤੋਂ ਕੰਮ ਕਰਦੀਆਂ ਸੀ, ਪਰ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਸੇਮ ਪੋਜੀਸ਼ਨ ਤੇ ਕੰਮ ਕਰਦੇ ਹਾਂ, ਪੇ ਆਵਰ ਵੀ ਸੇਮ ਹੀ ਜਿੰਨਾ ਸਟਾਰਟਿੰਗ ਤੇ ਸੀ ਉਨਾ ਹੀ ਆ, ਸੋ ਇੰਨੀ ਗਰੋਥ ਨਹੀਂ ਹੈਗੀ. ਤਾਂ ਮੈਨੂੰ ਇਹ ਚੀਜ਼ ਪਤਾ ਸੀ, ਬਟ ਆਈ ਵਾਜ਼ ਓਕੇ ਵਿਦ ਦੈਟ. ਦ ਟਾਈਮ ਆਈ ਵਾਜ਼ ਜਸਟ ਜਨਰੇਟਿੰਗ ਰੈਵਨਿਊ ਆਊਟ ਆਫ ਇਟ, ਸੋ ਮੈਂ ਸੋਚਿਆ ਕਿ ਕੋਈ ਗੱਲ ਨਹੀਂ, ਮੈਂ ਆਪਣੀ ਫੀਸ ਪੇ ਕਰਨੀ ਆ, ਮੈਨੂੰ ਗਰੋਥ ਦੇ ਨਾਲ ਇੰਨਾ ਹੈ ਨਹੀਂ ਆ. ਸੋ ਆਈ ਵਾਜ਼ ਜਸਟ ਥਿੰਕਿੰਗ ਅਬਾਊਟ ਕਿ ਜਸਟ ਮੇਰੀ ਸੇਵਿੰਗ ਹੋ ਜਾਏ, ਵੇਅਰਐਜ਼ ਮੈਂ ਬਹੁਤ ਗਲਤ ਸੀ ਉੱਥੇ. ਸੋ ਆਈ ਥਿੰਕ ਜੇ ਤੁਸੀਂ ਇੱਦਾਂ ਦੀ ਆਰਗੇਨਾਈਜੇਸ਼ਨ ਵਿੱਚ ਜਦੋਂ ਕੰਮ ਸਟਾਰਟ ਕੀਤਾ ਆ, ਸੋ ਤੁਹਾਨੂੰ ਇਸ ਚੀਜ਼ ਦਾ ਸਭ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਕਿ ਉੱਥੇ ਤੁਸੀਂ ਪਹਿਲੇ ਹਫਤੇ ਵਿੱਚ ਹੀ ਵਰਕ ਇਨਵਾਇਰਨਮੈਂਟ ਨਾਲ ਫੈਮਿਲਰਾਈਜ਼ ਹੋ ਜਾਓ, ਲੋਕਾਂ ਨਾਲ ਮਿਲੋ, ਜਿੰਨੇ ਵੀ ਸਟਾਫ ਮੈਂਬਰਸ ਆ, ਕਿ ਉਹਨਾਂ ਨੂੰ ਪੁੱਛੋ ਕਿ ਇੱਥੇ ਗਰੋਥ ਹੈਗੀ ਆ, ਪੇ ਆਵਰ ਬਾਅਦ 'ਚ ਵੱਧਦਾ ਆ, ਤੁਹਾਨੂੰ ਕੋਈ ਹੋਰ ਪੋਜੀਸ਼ਨ ਮਿਲਦੀ ਆ. ਸੋ ਉੱਦਾਂ ਦੀ ਆਰਗੇਨਾਈਜੇਸ਼ਨ ਨਾਲ ਆਪਣਾ ਮਤਲਬ ਕੰਮ ਸ਼ੁਰੂ ਕਰੋ, ਰੈਦਰ ਦੈਨ ਜਸਟ ਇਹ ਸੋਚੋ ਕਿ ਤੁਹਾਡੀ ਸੇਵਿੰਗਸ ਹੋ ਰਹੀ ਆ, ਫੀਸ ਪੇ ਕਰਨੀ ਆ. ਫਿਊਚਰ ਦਾ ਵੀ ਸੋਚੋ, ਸਿਰਫ ਪ੍ਰੈਜ਼ੈਂਟ ਦਾ ਨਾ ਸੋਚੋ. ਆਈ ਥਿੰਕ ਇਹ ਪੁਆਇੰਟ ਮੈਂ ਫਸਟ ਡਿਸਕਸ ਕਰਾਂ. So second point that I wanted to discuss is about your deadline. So I would say never procrastinate at all. So that means ਕਿ ਕੋਈ ਵੀ ਜੇ ਤੁਹਾਡੇ ਸਿਰ ਤੇ ਕੋਈ ਡੈਡਲਾਈਨ ਹੈ ਜਾਂ ਕੋਈ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਇੱਦਾਂ ਨਾ ਸੋਚੋ ਕਿ we just want to do that maybe later or maybe tomorrow or day after that. So ਇੱਦਾਂ ਕਦੇ ਨਾ ਸੋਚੋ. Just think about that you have something in your mind that you wanted to do, go for that and do that. So ਮੈਂ even ਜਦੋਂ ਸਟੂਡੈਂਟ ਸੀ ਤਾਂ ਮੈਂ ਸੋਚਿਆ ਸੀ ਕਿ ਮੈਂ ਆਪਣਾ G1 ਟੈਸਟ ਦੇਣਾ ਹੈ, that is for driving license, but ਮੈਂ ਹਰ ਦਿਨ ਉਹਨੂੰ ਡਿਲੇ ਕਰਦੀ ਰਹੀ. ਮੈਂ ਇਹੀ ਸੋਚਿਆ ਕੋਈ ਨਾ, ਇੰਨਾ ਜ਼ਰੂਰੀ ਨਹੀਂ ਆ, ਕੰਮ ਜ਼ਰੂਰੀ ਹੈ ਐਂਡ ਮੇਰੀ ਸਟੱਡੀ ਜ਼ਰੂਰੀ ਹੈ, ਮੈਂ ਉਹੀ ਦੋਨਾਂ ਨੂੰ ਫੋਕਸ ਕਰਦੀ ਰਹੀ. ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀ ਜੋ ਮੈਂ ਨਾਲ ਕਰਨਾ ਚਾਹੁੰਦੀ ਸੀ, ਪਰ ਮੈਂ ਇਹੀ ਸੋਚਿਆ ਕਿ ਥੋੜ੍ਹੇ ਦਿਨ ਬਾਅਦ ਕਰ ਲੈਂਦੀ ਹਾਂ, ਵੀਕਐਂਡ 'ਤੇ ਕਰ ਲੂੰਗੀ. ਵੀਕਐਂਡ ਜਦੋਂ ਆਉਂਦਾ ਸੀ ਦੈਨ ਸਿਰਫ ਮੈਂ ਰੈਸਟ ਚਾਹੁੰਦੀ ਸੀ, ਪਰ ਮੈਂ ਉਸ ਚੀਜ਼ ਨੂੰ ਡਿਲੇ ਕਰਦੀ ਰਹੀ, ਜੋ ਕਿ ਬਹੁਤ ਗਲਤ ਸੀ. ਸੋ ਆਈ ਥਿੰਕ ਜੇ ਤੁਸੀਂ ਵੀ ਕੁਛ ਕਰਨਾ ਚਾਹੁੰਦੇ ਆ ਤਾਂ ਉਸ ਚੀਜ਼ ਨੂੰ ਪ੍ਰੋਕ੍ਰੈਸਟੀਨੇਟ ਨਾ ਕਰੋ, ਰੈਦਰ ਦੈਨ ਸੋਚੋ ਕਿ ਇੰਨਾ ਹੀ ਟਾਈਮ ਆ ਸਾਡੇ ਕੋਲ. So third point is about work environment. When you will start your job here, so I would say ਕਿ ਆਪਣੇ ਵਰਕ ਇਨਵਾਇਰਨਮੈਂਟ ਨੂੰ ਬਹੁਤ ਜ਼ਿਆਦਾ ਫੋਕਸ ਕਰਿਓ. ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਮੇਰਾ ਇੱਦਾਂ ਸੀ ਕਿ ਮੈਨੂੰ ਵਰਕ ਇਨਵਾਇਰਨਮੈਂਟ ਨਹੀਂ ਠੀਕ ਲੱਗਾ ਸੀ, ਬਟ ਮੈਂ ਫਿਰ ਵੀ ਉੱਥੇ ਜੌਬ ਕਰਦੀ ਰਹੀ. ਜਸਟ ਆਈ ਵਾਜ਼ thinking about saving money, as I've mentioned earlier. So ਮੈਂ ਉੱਥੇ ਕੰਮ ਕਰਦੀ ਰਹੀ ਤੇ ਮੈਨੂੰ ਬਿਲਕੁਲ ਪਸੰਦ ਨਹੀਂ ਸੀ. ਮੈਂ ਰੋਜ਼ ਮਤਲਬ ਘਰ ਆ ਕੇ ਪਰੇਸ਼ਾਨ ਰਹਿੰਦੀ ਸੀ, ਕਈ ਵਾਰ ਰੋਂਦੀ ਵੀ ਸੀ. ਸੋ ਮੇਰੀ ਮੈਂਟਲ ਪੀਸ ਬਹੁਤ ਹੀ ਡਿਸਟਰਬ ਹੋਈ ਉਹਦੇ ਕਰਕੇ. ਵੇਅਰਐਜ਼ ਮੈਂ ਇਹ ਕਹੂੰਗੀ ਕਿ ਜੇ ਤੁਹਾਨੂੰ ਇੱਦਾਂ ਕਦੇ ਕਿਤੇ ਵੀ ਲੱਗਦਾ ਕਿ ਤੁਸੀਂ ਕੰਮ ਸ਼ੁਰੂ ਕੀਤਾ ਆ, ਤੁਸੀਂ ਸਟ੍ਰੈਸਫੁਲ ਆ ਉਸ ਚੀਜ਼ ਨੂੰ ਲੈ ਕੇ, ਉਹਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ, ਬਿਕਾਜ਼ ਯੂ ਆਲਰੇਡੀ ਹੈਵ a lot of stress when you are coming here as a student, especially when you are like being a student.
ਫੀਸ ਪੇ ਕਰਨੀ ਹੁੰਦੀ ਆ, ਸੈਕੰਡ ਥਿੰਗ ਯੂ ਆਰ ਅਵੇ ਫਰੋਮ ਯਰ ਹੋਮ, ਥਰਡ ਸਮਟਾਈਮ ਯੂ ਆਰ ਨਾਟ ਗੈਟਿੰਗ ਲਾਈਕ ਇਨਫ ਗੁੱਡ ਫਰੈਂਡਸ, ਐਂਡ ਫੋਰਥ ਯੂ ਮਿਸ ਦ ਫੈਮਿਲੀ ਐਜ਼ ਵੈਲ, ਐਂਡ ਪੰਜਵਾਂ ਤੁਹਾਡਾ ਕੰਮ ਵੀ ਜੇ ਤੁਹਾਨੂੰ ਪਰੇਸ਼ਾਨ ਕਰਦਾ ਤਾਂ ਆਈ ਡੋਂਟ ਥਿੰਕ ਕਿ ਤੁਹਾਨੂੰ ਉਸ ਚੀਜ਼ ਲਈ ਕਦੇ ਵੀ ਜਾਣਾ ਚਾਹੀਦਾ ਹੈ, ਉੱਥੇ ਹੀ ਉਹਨੂੰ ਬੰਦ ਕਰ ਦਿਓ ਤੇ ਇਸ ਚੀਜ਼ ਨੂੰ ਫੋਕਸ ਕਰੋ ਕਿ ਜਿਹੜੀ ਚੀਜ਼ ਤੁਹਾਨੂੰ ਮੈਂਟਲ ਪੀਸ ਨੂੰ ਬਿਲਕੁਲ ਅਫੈਕਟ ਕਰਦੀ ਹੈ ਉਹਨੂੰ ਉੱਥੇ ਡ੍ਰੌਪ ਕਰ ਦਿਓ, ਐਂਡ ਸਪੈਸ਼ਲੀ ਰਿਲੇਟਡ ਟੂ ਯੋਰ ਵਰਕ ਇਨਵਾਇਰਨਮੈਂਟ। So fourth point here is have enough knowledge of everything that you are in. Like if you are doing your job, then have enough knowledge of that. If you are going to your campus, have enough knowledge of that. So ਹਰ ਇੱਕ ਚੀਜ਼ ਜਿੱਥੇ ਵੀ ਤੁਸੀਂ ਜਾਂਦੇ ਆ ਉਹਦੀ ਹਰ ਇੱਕ ਦੀ ਇਨਫ ਨੌਲੇਜ ਤੁਹਾਡੇ ਕੋਲ ਹੋਣੀ ਚਾਹੀਦੀ ਆ। ਇੱਦਾਂ ਜੇ ਤੁਹਾਨੂੰ ਕੋਈ ਵੀ ਕੁਐਸਚਨ ਆਉਂਦਾ, ਕੋਈ ਵੀ ਡਾਊਟ ਆਉਂਦਾ, ਤੁਸੀਂ ਆਰਗੇਨਾਈਜੇਸ਼ਨ ਨੂੰ ਪੁੱਛੋ ਜਾਂ ਕਿਸੇ ਨੂੰ ਮੇਲ ਕਰੋ, ਕਿਸੇ ਨਾਲ ਡਿਸਕਸ ਕਰੋ, ਆਪਣੇ ਸਾਰੇ ਕੁਐਰੀ ਸੋਲਵ ਕਰੋ, ਕਦੇ ਵੀ ਡਾਊਟਫੁਲ ਨਾ ਰਹੋ ਕਿਸੇ ਚੀਜ਼ ਨੂੰ ਲੈ ਕੇ, ਬਿਕਾਜ਼ ਇਹ ਬਹੁਤ ਹੀ ਜ਼ਿਆਦਾ ਪ੍ਰੋਬਲਮੈਟਿਕ ਹੋ ਸਕਦਾ ਆ। ਸੋ ਆਈਲ ਸ਼ੇਅਰ ਵਨ ਐਗਜ਼ਾਮਪਲ, ਵੈਨ ਆਈ ਵਾਜ਼ ਡੂਇੰਗ ਮਾਈ ਜੌਬ ਇਨ ਅ ਰੈਸਟੋਰੈਂਟ, ਸੋ ਉਸ ਟਾਈਮ ਮੈਨੂੰ ਮੈਨੇਜਰ ਦੀ ਪੋਜੀਸ਼ਨ ਆਫਰ ਕੀਤੀ ਗਈ, ਸੋ ਆਈ ਵਾਜ਼ ਇਨ ਦੈਟ ਐਕਸਾਈਟਮੈਂਟ ਓਨਲੀ, ਆਈ ਵਾਜ਼ ਲਾਈਕ ਓਕੇ ਆਈਲ ਜਸਟ ਡੂ ਦੈਟ। ਸੋ ਅਲੋਂਗ ਵਿਦ ਮਾਈ ਲਾਸਟ ਪੋਜੀਸ਼ਨ ਦੈਟ ਵਾਜ਼ ਸ਼ਿਫਟ ਲੀਡਰ, ਉਹਦੇ ਨਾਲ ਮੈਂ ਮੈਨੇਜਮੈਂਟ ਦੀਆਂ ਰਿਸਪੌਂਸਿਬਿਲਿਟੀਜ਼ ਵੀ ਸਾਂਭਦੀ ਸੀ, ਪਰ ਮੇਰਾ ਪੇ ਰੇਟ ਸੇਮ ਸੀਗਾ, ਸੋ ਮੈਨੂੰ ਕੋਈ ਬੈਨੀਫਿਟ ਨਹੀਂ ਮਿਲਿਆ, ਹੋਰ ਵੀ ਮੈਨੂੰ ਕੋਈ ਬੈਨੀਫਿਟ ਨਹੀਂ ਮਿਲਿਆ। ਇਟ ਵਾਜ਼ ਜਸਟ ਆਲ ਅਬਾਊਟ ਦੈਟ ਆਈ ਐਮ ਡੂਇੰਗ ਮੋਰ ਰਿਸਪੌਂਸਿਬਿਲਿਟੀਜ਼ ਐਂਡ ਗੈਟਿੰਗ ਦ ਸੇਮ ਆਵਰ, ਸੋ ਇਟ ਵਾਜ਼ ਲਾਈਕ ਸਿਰਫ ਨਾਮ ਦੀ ਮੈਂ ਮੈਨੇਜਰ ਸੀ, ਵੇਅਰਐਜ਼ ਕੁਝ ਵੀ ਹੋਰ ਮੈਨੂੰ ਪੋਜੀਸ਼ਨ ਨਹੀਂ ਮਿਲੀ। ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਤੁਹਾਨੂੰ ਇੱਦਾਂ ਦੀ ਕੋਈ ਆਰਗੇਨਾਈਜੇਸ਼ਨ ਮਿਲੇ, ਸਪੈਸ਼ਲੀ ਆਈ ਵੁੱਡ ਸੇ ਡੋਂਟ ਫੀਲ ਓਫੈਂਡਡ, ਜਸਟ ਮੈਂ ਕਹਿ ਰਹੀ ਹਾਂ ਇਹ ਰਿਐਲਿਟੀ ਆ। ਜੇ ਕੋਈ ਸਪੈਸ਼ਲੀ ਦੇਸੀ ਆ ਜਿਹੜੀ ਕੋਈ ਆਰਗੇਨਾਈਜੇਸ਼ਨ ਨੂੰ ਸੰਭਾਲ ਰਿਹਾ, ਕੋਈ ਫਰੈਂਚਾਈਜ਼ੀ ਨੂੰ ਸੰਭਾਲ ਰਿਹਾ, ਉੱਥੇ ਤੁਹਾਨੂੰ ਇੱਦਾਂ ਦੇ ਕੇਸਿਸ ਜ਼ਿਆਦਾ ਮਿਲਣਗੇ ਰੈਦਰ ਦੈਨ ਦ ਪਰਸਨ ਹੂ ਇਜ਼ ਲਾਈਕ ਕੈਨੇਡੀਅਨ। ਉਹ ਇੱਦਾਂ ਨਹੀਂ ਕਰਨਗੇ ਕਿਸੇ ਦੇ ਨਾਲ, ਸਪੈਸ਼ਲੀ ਜੋ ਦੇਸੀ ਆ ਉਹ ਉੱਥੇ ਤੁਹਾਨੂੰ ਇੱਦਾਂ ਹੋ ਸਕਦਾ ਹੈ ਕਿ ਹਾਂ ਇੱਦਾਂ ਦੀ ਕੋਈ ਚੀਜ਼ ਤੁਹਾਨੂੰ ਮਿਲ ਜਾਏ ਦੇਖਣ ਨੂੰ, ਪਰ ਬਾਕੀ ਵਰਕ ਇਨਵਾਇਰਨਮੈਂਟ ਬਾਕੀ ਆਰਗੇਨਾਈਜੇਸ਼ਨ ਵਿੱਚ ਠੀਕ ਹੁੰਦਾ ਆ। ਕਈ ਹੀ ਹੁੰਦੇ, ਬਹੁਤ ਰੇਅਰ ਕੇਸਿਸ ਹੁੰਦੇ ਕਿ ਜਿੱਥੇ ਇੱਦਾਂ ਹੋਵੇ। ਸੋ ਇਨ ਕੇਸ ਯੂ ਆਰ ਸਟਕ ਇਨ ਸੱਚ ਅ ਪੋਜੀਸ਼ਨ, ਸੋ ਲੈਟ ਦੈਟ ਆਊਟ ਐਟ ਦੈਟ ਮੋਮੈਂਟ ਓਨਲੀ ਐਂਡ ਸਟਾਰਟ ਅ ਨਿਊ ਜੌਬ। So last but not the least is about have a backup plan in your hand. As I've already mentioned about your work environment, your job, your student life and so many other things as well. So ਜਿੱਦਾਂ ਕਿ ਮੈਂ ਕਿਹਾ ਕਿ ਤੁਹਾਨੂੰ ਜੇ ਕੰਮ ਤੇ ਪ੍ਰੋਬਲਮ ਹੈ, ਕਿਸੇ ਵੀ ਚੀਜ਼ 'ਚ ਪ੍ਰੋਬਲਮ, ਉਹਨੂੰ ਛੱਡ ਦਿਓ। ਜਿਹੜੀ ਵੀ ਤੁਹਾਡੀ ਮੈਂਟਲ ਪੀਸ ਨੂੰ ਡਿਸਟਰਬ ਕਰ ਰਹੀ ਹੈ ਉਹਨੂੰ ਛੱਡ ਦਿਓ, ਬਟ ਐਟ ਦ ਸੇਮ ਟਾਈਮ ਆਈ ਵੁੱਡ ਸੇ ਹੈਵ ਅ ਬੈਕਅਪ ਪਲਾਨ ਇਨ ਯੋਰ ਹੈਂਡ। ਇੱਦਾਂ ਹੀ ਕਿਸੇ ਚੀਜ਼ ਨੂੰ ਛੱਡ ਨਾ ਦਿਓ। ਜੇ ਤੁਸੀਂ ਸੋਚ ਹੀ ਲਿਆ ਆ, ਇੱਕ ਸੈਕਿੰਡ ਵਿੱਚ ਤੁਹਾਡੇ ਦਿਮਾਗ 'ਚ ਇਹ ਥਾਟ ਆ ਗਿਆ ਹੈ ਕਿ ਤੁਸੀਂ ਉਹ ਜੌਬ ਛੱਡਣੀ ਆ ਜਾਂ ਤੁਸੀਂ ਉਹ ਕੰਮ ਛੱਡਣਾ ਆ, ਦੈਨ ਉਸੇ ਟਾਈਮ ਸੋਚੋ ਕਿ ਅਸੀਂ ਇਹ ਤੋਂ ਇਲਾਵਾ ਕੀ ਕਰਾਂਗੇ। ਜੇ ਅਸੀਂ ਉਹਨੂੰ ਅੱਜ ਛੱਡ ਦਿੱਤਾ ਤਾਂ ਕੱਲ੍ਹ ਨੂੰ ਕਿੱਥੇ ਜਾਣਾ ਆ। ਸੋ ਆਈਲ ਸ਼ੇਅਰ ਮਾਈ ਐਗਜ਼ਾਮਪਲ ਹੇਅਰ ਕਿ ਜਦੋਂ ਮੈਂ ਆਪਣੇ ਕੰਮ 'ਚ ਬਹੁਤ ਜ਼ਿਆਦਾ ਪਰੇਸ਼ਾਨ ਸੀ, ਆਈ ਵਾਜ਼ ਰੀਅਲੀ ਸਟ੍ਰੈਸ ਅਬਾਊਟ ਦੈਟ, ਐਂਡ ਵਨ ਡੇ ਆਈ ਜਸਟ ਥਾਟ ਦੈਟ ਆਈਲ ਕੁਇਟ ਦੈਟ ਜੌਬ। ਆਈ ਲੈਫਟ ਦ ਸਟੋਰ ਐਂਡ ਆਈ ਵਾਜ਼ ਲਾਈਕ ਆਈ ਐਮ ਨੈਵਰ ਗੋਇੰਗ ਟੂ ਕਮ ਟੂ ਦੈਟ ਪਲੇਸ ਅਗੇਨ। ਐਂਡ ਮੈਂ ਘਰੇ ਆ ਗਈ। ਘਰੇ ਆ ਕੇ ਮੈਂ ਗੁੱਸੇ 'ਚ ਸੀ, ਮੈਂ ਮਤਲਬ ਥੋੜ੍ਹਾ ਪਰੇਸ਼ਾਨ ਵੀ ਸੀ ਕਿ ਹੁਣ ਮੈਂ ਕੀ ਕਰਨਾ ਹੈ, ਪਰ ਮੇਰੇ ਕੋਲ ਕੋਈ ਪਲਾਨ ਨਹੀਂ ਸੀਗਾ। ਮੈਂ ਸਿਰਫ ਇਹੀ ਸੋਚਦੀ ਸੀ ਕਿ ਹੁਣ ਮੈਂ ਮਤਲਬ ਜੌਬ ਛੱਡ ਦਿੱਤੀ ਆ, ਹੁਣ ਮੈਂ ਇਹ ਤੋਂ ਬਾਅਦ ਜੌਬ ਕਰਨੀ ਹੈ, ਪਰ ਮੈਂ ਰੈਸਟੋਰੈਂਟ ਜੌਬ ਨਹੀਂ ਕਰਨਾ ਚਾਹੁੰਦੀ ਸੀ ਬਿਕਾਜ਼ ਪਰੇਸ਼ਾਨ ਸੀ ਆਲਰੇਡੀ ਉਸ ਚੀਜ਼ ਨੂੰ ਲੈ ਕੇ, ਐਂਡ ਆਈ ਡੋਂਟ ਵਾਂਟ ਟੂ ਰਿਪੀਟ ਐਵਰੀਥਿੰਗ ਆਲ, ਲਾਈਕ ਆਈ ਹੈਵ ਟੂ ਗੋ ਥਰੂ ਟ੍ਰੇਨਿੰਗ ਪ੍ਰੋਸੈਸ ਐਂਡ ਦੈਨ ਹਾਇਰਿੰਗ ਪ੍ਰੋਸੈਸ ਐਂਡ ਆਲ। ਆਈ ਵਾਜ਼ ਲਾਈਕ ਰੈਸਟੋਰੈਂਟ ਜੌਬ ਨਹੀਂ ਕਰਨੀ। ਮੈਂ ਇੱਥੇ ਇਹ ਨਹੀਂ ਕਹਿੰਦੀ ਕਿ ਤੁਸੀਂ ਰੈਸਟੋਰੈਂਟ ਜੌਬ ਨਾ ਕਰੋ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਆ ਜਿਹੜੀਆਂ ਵਧੀਆ ਵੀ ਆ, ਗਰੋਥ ਆ ਹਰ ਇੱਕ ਸਟੈਪ 'ਤੇ, ਰੈਸਟੋਰੈਂਟ ਜੌਬ ਬਹੁਤ ਵਧੀਆ ਆ। ਮੈਂ ਇੱਥੇ ਆਪਣਾ ਕੇਸ ਡਿਸਕ੍ਰਾਈਬ ਕਰ ਰਹੀ ਹਾਂ। ਸੋ ਮੈਂ ਬਿਲਕੁਲ ਵੀ ਰੈਸਟੋਰੈਂਟ ਜੌਬ ਨਹੀਂ ਕਰਨਾ ਚਾਹੁੰਦੀ ਸੀ, ਪਰ ਉਸ ਟਾਈਮ ਮੇਰੇ ਕੋਲ ਇੱਦਾਂ ਸੀ ਕਿ ਮੇਰੇ ਕੋਲ ਕੋਈ ਜੌਬ ਨਹੀਂ ਹੈ ਇਸ ਟਾਈਮ, ਮੈਂ ਘਰ ਬੈਠ ਗਈ ਹਾਂ, ਮੇਰੇ ਕੋਲ ਕੋਈ ਬੈਕਅਪ ਪਲਾਨ ਨਹੀਂ ਸੀ, ਜੋ ਕਿ ਮੇਰੀ ਸਭ ਤੋਂ ਵੱਡੀ ਗਲਤੀ ਸੀ। ਜੇ ਮੈਂ ਜੌਬ ਛੱਡਣੀ ਵੀ ਸੀ, ਮੈਂ ਬਹੁਤ ਵਾਰ ਸੋਚਿਆ ਸੀ, ਮਤਲਬ ਮੈਂ 5-6 ਵਾਰ ਆਲਰੇਡੀ ਸੋਚ ਲਿਆ ਸੀ ਜਦੋਂ ਦੀ ਮੈਂ ਜੌਬ ਕਰ ਰਹੀ ਸੀ ਕਿ ਮੈਂ ਜੌਬ ਨਹੀਂ ਕਰਨੀ, ਮੈਂ ਛੱਡਣੀ ਆ, ਪਰ ਮੈਂ ਉਹਨੇ ਟਾਈਮ ਵਿੱਚ 5-6 ਵਾਰ ਕਦੇ ਵੀ ਬੈਕਅਪ ਪਲਾਨ ਨਹੀਂ ਸੋਚਿਆ ਕਿ ਮੈਂ ਕਿਤੇ ਹੋਰ ਅਪਲਾਈ ਕਰਦਾ। ਲਾਸਟ ਟਿਪ ਮੈਂ ਇੱਥੇ ਇਹ ਦੇਣਾ ਚਾਹੁੰਦੀ ਹਾਂ ਕਿ ਨੈਵਰ ਸੈਟਲ ਫॉर ਲੈਸ, ਐਂਡ ਸੈਕਿੰਡ ਥਿੰਗ, ਇਫ anything disturbs your mental peace, just drop that down there only. So I think that is all about the video. ਇੱਥੇ ਮੈਂ ਵੀਡੀਓ ਨੂੰ ਐਂਡ ਕਰਦੀ ਹਾਂ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਐਂਡ ਤੁਸੀਂ ਕੁਝ ਸਿੱਖਿਆ ਇਸ ਮਿਸਟੇਕਸ ਤੋਂ, ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਐਂਡ ਆਲਸੋ ਡੂ ਸਬਸਕ੍ਰਾਈਬ ਟੂ ਮਾਈ ਚੈਨਲ। ਵੀ ਆਰ ਅਬਾਊਟ ਟੂ ਰੀਚ 22 subscriber on my channel. Until then, bye.